ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਮੈਂ ਹਾਂ ਗਗਨਦੀਪ ਸਿੰਘ ਤੇ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦਾ ਇੱਕ ਖਾਸ ਨਿਊਜ਼ ਬੁਲੇਟਿਨ, ਜਿਸ ਦੇ ਵਿੱਚ ਵੱਖ-ਵੱਖ ਮਸਲਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਰੁੱਖ ਪ੍ਰਸ਼ਾਂਤ ਕਿਸ਼ੋਰ ਦੀ ਖਬਰ ਤੇ ਵੱਲ ਕਰਾਂਗੇ। ਜੀ ਹਾਂ, ਪੰਜਾਬ ਸਰਕਾਰ ਹੁਣ ਕਸੂਤੀ ਘਿਰ ਚੁੱਕੀ ਹੈ। ਪੰਜਾਬ ਸਰਕਾਰ ਦੀ ਪ੍ਰਸ਼ਾਂਤ ਕਿਸ਼ੋਰ ਨੂੰ ਕੀਤੀ ਗਈ ਨਿਯੁਕਤੀ ਹੁਣ ਮਹਿੰਗੀ ਪੈ ਸਕਦੀ ਹੈ, ਕਿਉਂਕਿ ਪ੍ਰਸ਼ਾਂਤ ਕਿਸ਼ੋਰ ਦੀ ਨਿਯੁਕਤੀ ਦੇ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਯਾਚਿਕਾ ਦਾਇਰ ਕੀਤੀ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਰੱਦ ਕਰ ਦਿੱਤਾ ਗਿਆ। ਤੇ ਹੁਣ ਇਸ ਮਾਮਲੇ ਦੇ ਵਿੱਚ ਯਾਚਿਕਾਕਰਤਾ ਦੇ ਵੱਲੋਂ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ, ਜਿਸ ਦੇ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਤੇ ਹੁਣ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ, ਕਿਉਂਕਿ ਯਾਚਿਕਾਕਰਤਾ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਇੱਕ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ ਤਾਂ ਉਹ ਵੱਖਰੀ ਗੱਲ ਹੈ, ਪਰ ਜੇਕਰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ ਤਾਂ ਉਸ ਦੇ ਲਈ ਉਹਨਾਂ ਨੂੰ ਇੱਕ ਖਾਸ ਤੌਰ ਦੇ ਉੱਤੇ ਐਡਵਰਟਾਈਜ਼ਮੈਂਟ ਕਰਨੀ ਪੈਣੀ ਸੀ ਅਖਬਾਰਾਂ ਦੇ ਵਿੱਚ। ਉਹਨਾਂ ਨੇ ਕਦੋਂ ਕੀਤੀ, ਉਸ ਗੱਲ ਦਾ ਸਬੂਤ ਦਿੱਤਾ ਜਾਣਾ ਚਾਹੀਦਾ ਹੈ। ਅਜਿਹੀਆਂ ਕਈ ਟੈਕਨੀਕਲ ਗੱਲਾਂ ਦੇ ਨਾਲ ਘੇਰਨ ਦੀ ਕੋਸ਼ਿਸ਼ ਹੋ ਰਹੀ ਹੈ ਹੁਣ ਪੰਜਾਬ ਸਰਕਾਰ ਨੂੰ। ਇਸ ਮਾਮਲੇ ਦੇ ਵਿੱਚ ਐਕਸਪਰਟ ਰਾਏ ਲਵਾਂਗੇ ਤੇ ਸਿੱਧਾ ਚੱਲਦੇ ਹਾਂ ਸੁਰਿੰਦਰ ਡੱਲਾ ਹੋਣਾ ਦੇ ਵੱਲ। ਡੱਲਾ ਸਾਹਿਬ, ਕੀ ਲੱਗ ਹੀ ਰਿਹਾ ਹੈ ਪ੍ਰਸ਼ਾਂਤ ਕਿਸ਼ੋਰ ਦੀ ਇਸ ਨਿਯੁਕਤੀ ਦੇ ਉੱਤੇ ਇੰਨਾ ਸਮਾਂ ਬਾਅਦ ਕਿਉਂ ਇਹ ਯਾਚਿਕਾ ਦਾਇਰ ਹੋਈ ਹੈ? ਕਿਉਂ ਇਸ ਨੂੰ ਹੁਣ ਇੱਕ ਵਾਰ ਫਿਰ ਤੋਂ ਨਵੇਂ ਮੁੱਦੇ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾ ਰਿਹਾ? ਵੀ ਦੇਖੋ, ਮੈਨੂੰ ਇਹ ਲੱਗਦਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਵੀ ਚੁਣੌਤੀ ਦਿੱਤੀ ਗਈ ਸੀ ਪ੍ਰਸ਼ਾਂਤ ਕਿਸ਼ੋਰ ਦੀ ਨਿਯੁਕਤੀ ਨੂੰ, ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਇਹ ਪਟੀਸ਼ਨ ਸੀ ਇਹਨੂੰ ਖਾਰਜ ਕਰ ਦਿੱਤਾ ਗਿਆ ਸੀ। ਤੇ ਹੁਣ ਜਿਹੜੀ ਗੱਲ ਹੋ ਰਹੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਹੁਣ ਇਹਨੂੰ ਚੁਣੌਤੀ ਦਿੱਤਾ ਗਿਆ ਕਿਉਂਕਿ ਨੈਤਿਕਤਾ ਦੇ ਆਧਾਰ ਤੇ ਦੇਖਿਆ ਜਾਵੇ ਤਾਂ ਇਸ ਤਰੀਕੇ ਦੀਆਂ ਜਿਹੜੀਆਂ ਨਿਯੁਕਤੀਆਂ ਨੇ ਇਹ ਸ਼ੁੱਧ ਸਿਆਸੀ ਨਿਯੁਕਤੀਆਂ ਨੇ। ਜਦੋਂ ਪ੍ਰਿੰਸੀਪਲ ਐਡਵਾਈਜ਼ਰ ਦੇ ਤੌਰ ਤੇ, ਮੁੱਖ ਪ੍ਰਿੰਸੀਪਲ ਐਡਵਾਈਜ਼ਰ ਦੇ ਤੌਰ ਤੇ ਪ੍ਰਸ਼ਾਂਤ ਕਿਸ਼ੋਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਨਿਯੁਕਤ ਕੀਤਾ। ਹਾਲਾਂਕਿ ਸਰਕਾਰੀ ਸਹੂਲਤਾਂ ਉਹਨਾਂ ਕੋਲੇ ਸਾਰੀਆਂ ਨੇ, ਉਹਨਾਂ ਕੋਲੇ ਦਫ਼ਤਰ, ਉਹਨਾਂ ਕੋਲੇ ਟੈਲੀਫੋਨ, ਉਹਨਾਂ ਕੋਲੇ ਘਰ, ਉਹਨਾਂ ਕੋਲੇ ਮੁਲਾਜ਼ਮ, ਸਹਾਇਕ ਸਟਾਫ, ਸੋ ਸਿਰਫ ਤਨਖਾਹ ਹੀ ਉਹਨਾਂ ਦੀ 1 ਰੁਪਏ ਲਾਈ ਗਈ ਹੈ। ਮੈਨੂੰ ਇਹ ਲੱਗਦਾ ਕਿ ਕਿਸੇ ਵੀ ਸਰਕਾਰ ਕੋਲੇ ਪਹਿਲਾਂ ਹੀ ਕਈ ਤਰ੍ਹਾਂ ਦੇ ਸਲਾਹਕਾਰ ਨਿਯੁਕਤ ਨੇ। ਨੈਤਿਕਤਾ ਦੇ ਆਧਾਰ ਤੇ ਗੱਲ ਕਰੀਏ, ਜਦੋਂ ਪੰਜਾਬ ਦੇ ਖਜ਼ਾਨੇ ਤੇ ਐਡਾ ਬੋਝ ਹੈ, ਹਜ਼ਾਰਾਂ ਕਰੋੜ ਰੁਪਏ ਪੰਜਾਬ ਦੇ ਖਜ਼ਾਨੇ ਤੇ, 2.5 ਲੱਖ ਕਰੋੜ ਤੋਂ ਜ਼ਿਆਦਾ ਦਾ ਪੰਜਾਬ ਕਰਜ਼ਈ ਹੈ, ਤੇ 5ਵੇਂ ਸਾਲ 'ਚ ਜਾ ਕੇ ਇਸ ਤਰੀਕੇ ਦੀ ਸਲਾਹਕਾਰ ਦੀ ਜਿਹੜੀ ਨਿਯੁਕਤੀ ਹੈ ਕਿਤੇ ਨਾ ਕਿਤੇ ਨੈਤਿਕਤਾ ਦੇ ਆਧਾਰ ਤੇ ਕੋਈ ਬਹੁਤੀ ਜ਼ਿਆਦਾ ਵਾਜਬ ਨਹੀਂ ਲੱਗਦੀ। ਇਹ ਇੱਕ ਸਿਆਸੀ ਨਿਯੁਕਤੀ ਲੱਗਦੀ ਹੈ। ਬੜਾ ਚੰਗਾ ਹੁੰਦਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਸਰਕਾਰੀ ਨਿਯੁਕਤੀ ਦੇਣ ਦੀ ਬਜਾਏ ਆਪਣੀ ਪਾਰਟੀ ਦੇ ਆਧਾਰ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਨਿਯੁਕਤੀ ਦੇ ਦਿੰਦੇ, ਭਾਵੇਂ ਉਹਨਾਂ ਨੂੰ ਉਹਦੇ 'ਚ ਜਿੰਨੀ ਮਰਜ਼ੀ ਸਹੂਲਤਾਂ ਤੇ ਉਹ ਪੈਸੇ ਦਿੰਦੇ ਆਪਣੀ ਪਾਰਟੀ ਵੱਲੋਂ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਹੋਣਾ। ਮੈਨੂੰ ਇਹ ਲੱਗਦਾ ਹੈ ਕਿ ਹੁਣ ਸੁਪਰੀਮ ਕੋਰਟ ਦਾ ਅਧਿਕਾਰ ਖੇਤਰ ਹੈ, ਸੁਪਰੀਮ ਕੋਰਟ ਇਹਦੇ 'ਤੇ ਕੀ ਫੈਸਲਾ ਕਰਦੀ ਹੈ। ਪਰ ਮੈਨੂੰ ਲੱਗਦਾ ਕਿ ਸੁਪਰੀਮ ਕੋਰਟ ਨੂੰ ਕੋਈ ਜ਼ਰੂਰ ਗਾਈਡਲਾਈਨਸ ਜਾਂ ਦਿਸ਼ਾ ਨਿਰਦੇਸ਼ ਤੈਅ ਕਰਨੇ ਚਾਹੀਦੇ ਨੇ ਪੋਲੀਟੀਕਲ ਲੋਕਾਂ ਨੂੰ, ਤਾਂ ਕਿ ਜਿਹੜੇ ਲੋਕਾਂ ਦੇ ਟੈਕਸਾਂ ਤੋਂ ਇਕੱਠਾ ਹੋਇਆ ਪੈਸਾ ਹੈ ਉਹਦੀ ਬਹੁਤ ਸੋਚ ਸਮਝ ਕੇ ਸਹਿਯੋਗ ਵਰਤੋਂ ਹੋਵੇ। ਅੱਜ ਦੇ ਸਮੇਂ 'ਚ ਜਦੋਂ ਸਾਡੀਆਂ ਸਰਕਾਰਾਂ ਆਕਸੀਜਨ ਦਾ ਪ੍ਰਬੰਧ ਨਹੀਂ ਕਰ ਸਕੀਆਂ, ਹਸਪਤਾਲਾਂ 'ਚ ਬੈੱਡਾਂ ਦਾ ਇੰਤਜ਼ਾਮ ਨਹੀਂ ਕਰ ਸਕੀਆਂ, ਸਰਕਾਰਾਂ ਸਲਾਹਕਾਰਾਂ ਦੇ ਨਾਮ ਤੇ ਏਡੀਆਂ ਨਿਯੁਕਤੀਆਂ ਕਰਕੇ ਭਾਵੇਂ ਤਨਖਾਹ 1 ਰੁਪਈਆ, ਪਰ ਜਿੰਨੀਆਂ ਸਹੂਲਤਾਂ, ਭੱਤੇ, ਮੁਲਾਜ਼ਮ, ਕਰਮਚਾਰੀ ਉਹਨਾਂ ਨਾਲ ਕੰਮ ਕਰਨਗੇ, ਉਹਨਾਂ ਤੇ ਵੀ ਖਰਚਾ ਹੁੰਦਾ ਨਾ, ਉਹਨਾਂ ਦੀਆਂ ਵੀ ਤਨਖਾਹਾਂ ਜਿਹੜੀਆਂ ਨੇ ਉਹ ਸਰਕਾਰ ਵੱਲੋਂ ਹੀ ਜਾ ਰਹੀਆਂ ਨੇ ਨਾ। ਸੋ ਇਹ ਮੇਰੀ ਨਿੱਜੀ ਰਾਏ ਹੈ ਕਿ ਸੁਪਰੀਮ ਕੋਰਟ ਨੂੰ ਜ਼ਰੂਰ ਇਹਦੇ ਤੇ ਕੋਈ ਹਦਾਇਤ ਦੇਣੀ ਚਾਹੀਦੀ ਹੈ ਔਰ ਇਹੋ ਜਿਹੀਆਂ ਨਿਯੁਕਤੀਆਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ। ਮੈਂ ਵੀ ਇਸ ਗੱਲ ਦੇ ਨਾਲ ਸਹਿਮਤ ਹਾਂ, ਬਾਕੀ ਫੈਸਲਾ ਹੁਣ ਸੁਪਰੀਮ ਕੋਰਟ ਨੇ ਦੇਣਾ। ਤੇ ਉਧਰ ਰੁੱਖ ਪੰਜਾਬ ਕਾਂਗਰਸ ਦੇ ਅੰਦਰੂਨੀ ਵਿਵਾਦ ਦੇ ਵੱਲ ਵੀ ਕਰਾਂਗੇ। ਪੰਜਾਬ ਕਾਂਗਰਸ ਦੇ ਵਿੱਚ ਖੜਾ ਹੋਇਆ ਅੰਦਰੂਨੀ ਸੰਕਟ ਹਜੇ ਰੁਕਦਾ ਨਜ਼ਰ ਨਹੀਂ ਆ ਰਿਹਾ। ਨਵਜੋਤ ਸਿੰਘ ਸਿੱਧੂ ਦਾ ਖੇਮਾ ਇੱਕ ਪਾਸੇ ਹੈ ਤੇ ਕੈਪਟਨ ਅਮਰਿੰਦਰ ਸਿੰਘ ਦਾ ਖੇਮਾ ਇੱਕ ਪਾਸੇ। ਨਵਜੋਤ ਸਿੰਘ ਸਿੱਧੂ ਦੇ ਟਵੀਟਾਂ ਦੀਆਂ ਫਾਈਲਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਤੇ ਉਹ ਹਾਈ ਕਮਾਂਡ ਦੇ ਤੱਕ ਪਹੁੰਚਾਉਣ ਦੀ ਗੱਲ ਹੋ ਰਹੀ ਹੈ। ਉਧਰ ਪ੍ਰਗਟ ਸਿੰਘ ਦੇ ਵੱਲੋਂ ਵੀ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਦੇ ਉੱਤੇ ਹੀ ਸਵਾਲ ਚੁੱਕੇ ਜਾ ਰਹੇ ਨੇ। ਪ੍ਰਗਟ ਸਿੰਘ ਨੇ ਇੱਕ ਵਾਰ ਫਿਰ ਤੋਂ ਵੱਡੇ ਸਵਾਲ ਕਰ ਦਿੱਤੇ ਨੇ। ਕਿ ਕੁਝ ਪ੍ਰਗਟ ਸਿੰਘ ਦਾ ਕਹਿਣਾ ਹੈ ਉਹ ਸੁਣਦੇ ਹਾਂ। ਦੇਖੋ, ਚਾਹੇ ਸਿੱਧੂ ਚਿਹਰਾ ਹੋਵੇ, ਚਾਹੇ ਕੈਪਟਨ ਅਮਰਿੰਦਰ ਸਿੰਘ ਚਿਹਰਾ ਹੋਵੇ, ਜਿਹੜੇ ਇਸ਼ੂਜ਼ ਹੈਗੇ ਆ ਉਹ ਇਸ਼ੂ ਫਿਰ ਸੋਲਵ ਹੋ ਜਾਣਗੇ। ਐਕਚੁਅਲੀ ਕੈਪਟਨ ਸਾਹਿਬ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਇਹ ਮੇਰੇ ਨਾਲ ਲੜ ਲਵੇ। ਅੱਛਾ, ਜੇ ਪਟਿਆਲੇ ਲੜ ਵੀ ਲਓਗੇ, ਮੰਨ ਲਓ ਇੱਕ ਪਾਸੇ ਸਿੱਧੂ ਲੜ ਰਿਹਾ, ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਲੜ ਰਿਹਾ, ਤੇ ਜਿਹੜੇ ਫਿਰ ਇਸ਼ੂ ਆ ਉਹ ਫਿਰ ਸੋਲਵ ਹੋ ਗਏ, ਉਹਨਾਂ ਦਾ ਕੀ ਹੋਊਗਾ? ਐਕਚੁਅਲੀ ਲੋਕੀ ਬੇਸਿਕਲੀ ਇਸ ਗੱਲ ਨੂੰ ਨਹੀਂ ਦੇਖਦੇ। ਲੋਕਾਂ ਨੂੰ ਕੰਮ ਪਿਆਰਾ ਹੈ, ਚੰਮ ਨਹੀਂ ਪਿਆਰਾ ਹੈਗਾ। ਜੇ ਕੰਮ ਕਰੋਗੇ ਤਾਂ ਹੀ ਜਿਹੜਾ ਆ ਲੋਕੀ ਤੁਹਾਡੇ ਨਾਲ ਰਹਿਣਗੇ। ਨਹੀਂ, ਦੇਖੋ, ਅਲਟੀਮੇਟਲੀ ਤਾਂ ਸਾਨੂੰ ਸਿਸਟਮ ਤਾਂ ਠੀਕ ਕਰਨਾ ਪਊਗਾ ਨਾ। ਸਾਨੂੰ ਗਵਰਨਮੈਂਟ ਦੀ ਅਰਨਿੰਗ ਵਧਾਉਣੀ ਪਊਗੀ, ਸਾਨੂੰ ਐਕਸਪੈਂਸਿਸ ਜਿਹੜੇ ਜਿੱਥੇ ਜ਼ਰੂਰਤ ਹੈਗੀ ਉਹ ਕਰਨੇ ਪੈਣਗੇ ਸਾਨੂੰ ਬੇਸਿਕਲੀ। ਕਿਉਂਕਿ ਦੇਖੋ ਹੁਣ ਹੈ ਉਹ ਕੀ ਰਿਹਾ ਵੀ ਸਾਡੇ 3 ਲੱਖ ਕਰੋੜ ਦਾ ਕਰਜ਼ਾ, 30-35 ਹਜ਼ਾਰ ਕਰੋੜ ਰੁਪਈਆ ਤਾਂ ਬੇਸਿਕਲੀ ਅਸੀਂ ਇੰਟਰਸਟ ਹੀ ਦੇਵਾਂਗੇ।
30 ਤੋਂ 32,000 ਕਰੋੜ ਰੁਪਈਆ ਜਾਂ 35,000 ਕਰੋੜ ਰੁਪਈਆ ਜਿਹੜਾ ਪੇ ਪੈਕੇਜ ਹੈਗਾ, ਪੇ ਤੇ ਪੈਨਸ਼ਨਾਂ ਹੈਗੀਆਂ, ਸਾਡੀ ਇੰਨੀ ਕੀ ਅਰਨਿੰਗ ਹੈ। ਉਹ ਤਾਂ ਅਸੀਂ ਕਰ ਸਕਦੇ ਹਾਂ ਜੇ ਅਸੀਂ ਜਿਹੜਾ ਆਊਟ ਆਫ ਬਾਕਸ ਸੋਚਾਂਗੇ, ਤਾਂ ਕਿ ਅੱਛਾ ਫਿਰ ਕਰਪਸ਼ਨ ਹੈ, ਕਿਉਂਕਿ ਜਿਹੜਾ ਬਿਜ਼ਨਸਮੈਨ ਆ ਇੱਥੋਂ ਭੱਜਣ ਦੀ ਤਿਆਰੀ ਕਰਦਾ, ਅਸੀਂ ਤਾਂ ਕਹਿੰਦੇ ਆ ਨਾ ਕਿ ਇਹ ਸਿੰਗਲ ਡੋਰ ਜਿਹੜੀ ਹੈਗੀ ਆ ਕਲੀਅਰੈਂਸ ਹੈਗੀ ਆ, ਪਰ ਸਿੰਗਲ ਡੋਰ ਵਾਲੀ ਗੱਲ ਹੈ ਨਹੀਂ ਗੀ। ਹਰ ਜਗ੍ਹਾ 'ਤੇ ਬੰਦਿਆਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੈਗੀਆਂ। ਸੋ ਇਸ ਕਰਕੇ ਇਹਨੂੰ ਸਾਰੀ ਨੂੰ ਸੁਹਿਰਦਤਾ ਨਾਲ ਸੋਚ ਕੇ ਇਹਨੂੰ ਸਾਰੀ ਨੂੰ ਇੱਕ ਉਸ ਲੈ ਦੇ ਵਿੱਚ ਸਾਨੂੰ ਲਿਆਉਣਾ ਪਊਗਾ, ਆਈਦਰ ਬਿਊਰੋਕਰੈਟ ਔਰ ਪੋਲੀਟੀਸ਼ੀਅਨ, ਠੀਕ ਹੈ ਨਾ। ਔਰ ਜਿਹੜਾ ਇਹ ਸਾਡਾ ਜਿਹੜਾ ਪੂਰੇ ਦਾ ਪੂਰਾ ਤੰਤਰ ਹੈਗਾ, ਇਹਨੂੰ ਸਾਰੇ ਨੂੰ ਜੇ ਦਰੁਸਤ ਕਰਨ ਦੀ ਜ਼ਰੂਰਤ ਹੈਗੀ, ਅਸੀਂ ਕਰੀਏ, ਕਰਕੇ ਹੀ ਅਸੀਂ ਗਾਂਹ ਤੁਰ ਸਕਦੇ ਹਾਂ। ਹਲਕਾ ਗਿੱਦੜਬਾਹਾ ਤੋਂ ਕਾਂਗਰਸੀ ਐਮਐਲਏ ਰਾਜਾ ਵੜਿੰਗ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਨਜ਼ਰ ਆਉਂਦੇ ਨੇ। ਉਹਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜ਼ਰੀਏ ਜਾਰੀ ਕੀਤੀ ਗਈ ਹੈ। ਇਸ ਵੀਡੀਓ ਦੇ ਵਿੱਚ ਇੱਕ ਪਾਸੇ ਜਿੱਥੇ ਉਹਨਾਂ ਕਰੋਨਾ ਮਹਾਮਾਰੀ ਨੂੰ ਲੈ ਕੇ ਆਮ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ, ਤੇ ਨਾਲ ਹੀ ਉਹਨਾਂ ਨੇ ਨਿੱਜੀ ਹਸਪਤਾਲਾਂ ਨੂੰ ਵੀ ਨਿਸ਼ਾਨੇ ਦੇ ਉੱਤੇ ਰੱਖਿਆ। ਉਹਨਾਂ ਨੇ ਨਿੱਜੀ ਹਸਪਤਾਲਾਂ ਨੂੰ ਇਸ ਗੱਲ ਦੇ ਲਈ ਸਲਾਹ ਦਿੱਤੀ ਹੈ ਕਿ ਕਿਸੇ ਤੋਂ ਵੀ ਵੱਧ ਪੈਸੇ ਨਾ ਵਸੂਲੇ ਜਾਣ। ਜੋ ਪੰਜਾਬ ਸਰਕਾਰ ਦੇ ਵੱਲੋਂ ਰਾਸ਼ੀ ਤੈਅ ਹੋਈ ਹੈ, ਉਸੇ ਰਾਸ਼ੀ ਦੇ ਤਹਿਤ ਪੈਸੇ ਵਸੂਲੇ ਜਾਣ। ਲੱਖਾਂ ਰੁਪਏ ਵਸੂਲਣ ਵਾਲੇ ਹਸਪਤਾਲਾਂ ਦੇ ਖਿਲਾਫ ਕਾਰਵਾਈ ਹੋਏਗੀ। ਤੇ ਨਾਲ ਹੀ ਉਹਨਾਂ ਨੇ ਇਸ ਗੱਲ ਦੀ ਅਪੀਲ ਆਮ ਲੋਕਾਂ ਨੂੰ ਵੀ ਕੀਤੀ ਹੈ ਕਿ ਜੇਕਰ ਕਿਸੇ ਹਸਪਤਾਲ ਦੇ ਵੱਲੋਂ ਫਾਲਤੂ ਪੈਸੇ ਤੁਹਾਡੇ ਤੋਂ ਵਸੂਲੇ ਜਾਂਦੇ ਨੇ ਤਾਂ ਇਸ ਗੱਲ ਦੀ ਜਾਣਕਾਰੀ ਰਾਜਾ ਵੜਿੰਗ ਹੋਣਾ ਨੂੰ ਦਿੱਤੀ ਜਾਵੇ, ਉਹ ਤੁਹਾਡੀ ਮਦਦ ਜ਼ਰੂਰ ਕਰਨਗੇ। ਇਸ ਗੱਲ ਦਾ ਦਾਅਵਾ ਰਾਜਾ ਵੜਿੰਗ ਨੇ ਕੀਤਾ ਹੈ ਤੇ ਇੱਕ ਨੰਬਰ ਵੀ ਉਹਨਾਂ ਦੇ ਵੱਲੋਂ ਜਾਰੀ ਕੀਤਾ ਗਿਆ ਜਿਸ ਦੇ ਉੱਤੇ ਤੁਸੀਂ ਆਪਣੀ ਗੱਲ ਰਾਜਾ ਵੜਿੰਗ ਤੱਕ ਪਹੁੰਚਾ ਸਕਦੇ ਹੋ। ਤੇ ਹੋਰ ਕੀ ਕੁਝ ਰਾਜਾ ਵੜਿੰਗ ਕਹਿ ਰਹੇ ਨੇ ਉਹ ਸੁਣਦੇ ਹਾਂ। ਸਾਰੇ ਹਸਪੀਟਲ ਬਹੁਤ ਕੰਮ ਕਰ ਰਹੇ ਨੇ, ਮੈਂ ਉਹਨਾਂ ਦਾ ਧੰਨਵਾਦੀ ਹਾਂ, तमाम ਡਾਕਟਰ ਸਾਹਿਬਾਨਾਂ ਦਾ, ਪਰ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਪੈਸੇ ਚਾਰਜ ਘੱਟ ਕਰੋ। ਇਨਸਾਨੀਅਤ ਰੱਬ ਤੋਂ ਡਰਨਾ ਚਾਹੀਦਾ ਹੈ। ਕਈ ਹਸਪੀਟਲ ਬਹੁਤ ਵਧੀਆ ਇਲਾਜ ਵੀ ਕਰ ਰਹੇ ਨੇ, ਮੈਂ ਉਹਨਾਂ ਦਾ ਧੰਨਵਾਦੀ ਹਾਂ, ਔਰ ਡਾਕਟਰ ਸਾਹਿਬ ਦਾ ਅੱਗੇ ਮੈਂ ਸਿਰ ਝੁਕਾਉਣਾ ਹੈ। ਲੇਕਿਨ ਕਈ ਬਹੁਤ ਪੈਸੇ ਲੈ ਰਹੇ ਆ, ਜਿਹੜੇ ਲੱਖਾਂ ਦੀ ਤਾਦਾਦ 'ਚ ਪੈਸਾ ਲੈ ਰਹੇ ਆ, ਉਹ ਬਿਲਕੁਲ ਇਹ ਗਲਤ ਕੰਮ ਨਾ ਕਰੋ ਜੀ। ਹਾਂ, ਮੈਂ ਸਮਝਦਾ ਕਿ 6-7 ਹਜ਼ਾਰ ਰੁਪਇਆ ਤੁਹਾਡਾ ਖਰਚਾ ਆ ਜਾਂਦਾ ਹੈ ਇੱਕ ਦਿਨ ਦਾ ਕੋਵਿਡ ਪੇਸ਼ੈਂਟ ਦਾ, ਉਹ ਲੇਕਿਨ ਜਿਹੜਾ ਲੱਖ 1.5 ਲੱਖ ਇਦਾਂ ਪੈਸੇ ਲੈ ਰਹੇ ਆ, ਮੈਨੂੰ ਲੱਗਦਾ ਕਿ ਇਹ ਚੰਗੀ ਗੱਲ ਨਹੀਂ ਹੈ। ਔਰ ਕਿਸੇ ਵੀ ਵਿਅਕਤੀ ਨੂੰ ਅਗਰ ਇੰਨੇ ਪੈਸਿਆਂ ਤੋਂ ਵੱਧ ਗਵਰਨਮੈਂਟ ਗਾਈਡਲਾਈਨ ਤੋਂ ਵੱਧ ਚਾਰਜ ਕਰ ਰਿਹਾ ਕੋਈ ਹਸਪੀਟਲ, ਤਾਂ ਕਿਰਪਾ ਕਰਕੇ ਸ਼ਿਕਾਇਤ ਕਰੋ। ਮੇਰੇ ਪੇਜ ਤੇ ਕਰ ਦਿਓ, ਮੇਰੇ ਮੋਬਾਈਲ ਤੇ ਕਰ ਦਿਓ, ਮੇਰੇ WhatsApp ਤੇ ਕਰ ਦਿਓ। ਮੇਰੇ ਬੰਦਿਆਂ ਦਾ ਜਿਹੜਾ ਮੈਂ ਤੁਹਾਨੂੰ ਦਿੱਤਾ, ਅਸੀਂ ਇੱਕ ਪਾਇਆ ਕਿ ਜੇ ਕਿਸੇ ਨੂੰ ਕੋਈ ਦਿੱਕਤ ਹੋਵੇ ਉਹਦੇ ਤੇ ਕਰ ਦਿਓ, ਤਾਂ ਤੁਹਾਨੂੰ ਦਿੱਕਤ ਨਹੀਂ ਆਏਗੀ ਕਿਸੇ ਪ੍ਰਕਾਰ ਦੀ ਵੀ। ਤੋਂ ਘੱਟ ਰੇਟ ਲਵਾਂਗੇ ਤੇ ਰੇਟ ਵੀ ਘੱਟ ਲਵਾਵਾਂਗੇ ਜੇ ਹਸਪੀਟਲ ਕੋਈ ਵੱਧ ਚਾਰਜ ਕਰ ਰਿਹਾ ਗਵਰਨਮੈਂਟ ਗਾਈਡਲਾਈਨ ਤੋਂ। 7,000 ਮੈਨੂੰ ਲੱਗਦਾ ਇੱਕ ਖਰਚਾ ਆ ਜਾਂਦਾ ਹੈ ਦਿਨ ਦਾ, ਜਿੰਨੇ ਕ ਆਪਣੇ ਹਸਪੀਟਲ ਹੈ। ਇਸ ਤੋਂ ਵੱਧ ਕੋਈ ਚਾਰਜ ਕਰ ਰਿਹਾ ਤਾਂ ਮੈਨੂੰ ਲੱਗਦਾ ਕਿ ਉਹ ਪੈਸੇ ਤੋਂ ਵੱਧ ਚਾਰਜ ਕਰ ਰਿਹਾ, ਉਹਦੀ ਜ਼ਰੂਰ ਸ਼ਿਕਾਇਤ ਕਰੋ। ਸੋ ਹੈਲਪਲਾਈਨ ਨੰਬਰ ਦਿੱਤੇ ਹੋਏ ਆ ਤੁਹਾਨੂੰ, ਉਹਨਾਂ ਨੂੰ ਦੱਸ ਦਿਓ ਤੇ ਮੈਨੂੰ ਦੱਸਿਓ, ਅਸੀਂ ਉਹਦੇ ਤੇ ਬਣਦੀ ਕਾਰਵਾਈ ਕਰਾਂਗੇ। ਸੋ ਡਾਕਟਰ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਕਿਸੇ ਨੂੰ ਮਿਸਗਾਈਡ ਨਾ ਕਰੋ। ਤੁਸੀਂ ਬਹੁਤ ਚੰਗੇ ਕੰਮ ਕਰ ਰਹੇ ਹੋ, ਤੁਸੀਂ ਕਈ ਤਾਂ ਡਾਕਟਰ ਇੰਨਾ ਵਧੀਆ ਕੰਮ ਕਰ ਰਹੇ ਆ, ਮੈਂ ਮੇਰਾ ਸਿਰ ਝੁਕਦਾ ਉਹਨਾਂ ਨੂੰ ਵੇਖ ਕੇ। ਸੋ ਆਈ ਨੋ ਕਿ ਸਭ ਕੁਝ ਠੀਕ ਹੋ ਜਾਊਗਾ, ਬਾਬਾ ਜੀ ਸੁੱਖ ਰੱਖਣਗੇ। ਜੇਕਰ ਪੰਜਾਬ ਦੇ ਵਿੱਚ ਕਰੋਨਾ ਮਹਾਮਾਰੀ ਦੀ ਗੱਲ ਕਰੀਏ ਤਾਂ ਇਹ ਹਾਲਾਤ ਹਜੇ ਵੀ ਸਰਕਾਰ ਦੇ ਕੰਟਰੋਲ ਦੇ ਵਿੱਚ ਨਹੀਂ, ਕਿਉਂਕਿ ਲਗਾਤਾਰ ਵੱਧ ਰਹੇ ਮਾਮਲੇ ਅਤੇ ਜ਼ਿਆਦਾਤਰ ਲੋਕਾਂ ਦੇ ਇਸ ਦੁਨੀਆ ਤੋਂ ਜਾਣ ਦੀ ਗਿਣਤੀ ਦੇ ਵਿੱਚ ਵਾਧਾ ਇਹ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ, ਜਿਸ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਬੈਠਕਾਂ ਕੀਤੀਆਂ ਜਾ ਰਹੀਆਂ ਨੇ। ਬੀਤੇ ਦਿਨੀ ਵੀ ਵਰਚੁਅਲ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਸੱਦੀ ਗਈ ਸੀ, ਜਿਸ ਦੇ ਵਿੱਚ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਐਮਐਲਏ ਅਤੇ ਸੰਸਦ ਇਸ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਨੇ। ਉਹਨਾਂ ਦੇ ਵੱਲੋਂ ਆਪੋ ਆਪਣੀਆਂ ਮੰਗਾਂ ਰੱਖੀਆਂ ਗਈਆਂ ਨੇ। ਇਸ ਮੀਟਿੰਗ ਦੇ ਦੌਰਾਨ ਅੰਮ੍ਰਿਤਸਰ ਦੇ ਸੰਸਦ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਵੀ ਅੰਮ੍ਰਿਤਸਰ ਨੂੰ ਲੈ ਕੇ ਖਾਸ ਅਪੀਲ ਕੀਤੀ ਗਈ ਹੈ ਤੇ ਉੱਥੇ ਆਕਸੀਜਨ ਦੇ ਪ੍ਰਬੰਧ ਪੁਖਤਾ ਕਰਵਾਉਣ ਦੀ ਵੀ ਗੱਲ ਆਖੀ ਗਈ ਹੈ। ਅੱਜ ਪੰਜਾਬ ਦੇ ਵਿੱਚ ਫੈਲ ਰਹੇ ਕਰੋਨਾ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਵਰਚੁਅਲ ਕਾਨਫਰੰਸ ਹੋਈ, ਜਿਹਦੇ ਵਿੱਚ ਸਾਡੇ ਲੋਕ ਸਭਾ ਮੈਂਬਰ ਤੇ ਰਾਜ ਸਭਾ ਮੈਂਬਰਾਂ ਨੇ ਸ਼ਿਰਕਤ ਕੀਤੀ, ਜਿਹਦੇ ਵਿੱਚ ਉਹਨਾਂ ਨੂੰ ਪ੍ਰੈਜੈਂਟੇਸ਼ਨ ਦੇ ਕੇ ਦੱਸਿਆ ਗਿਆ ਵੀ ਕਿਸ ਤਰੀਕੇ ਦੇ ਨਾਲ ਹਾਲਾਤ ਜਿਹੜੇ ਆ ਉਹ ਪੰਜਾਬ 'ਚ ਦਿਨ ਬ ਦਿਨ ਜਿਹੜੇ ਆ ਉਹ ਵਿਗੜ ਰਹੇ ਨੇ। ਔਰ
ਉਹਦੇ ਵਾਸਤੇ ਸਭ ਤੋਂ ਵੱਡੀ ਸ਼ਾਰਟੇਜ ਜਿਹੜੀ ਹੈ ਆਕਸੀਜਨ ਦੀ ਹੈ। ਸੋ ਸਾਰੇ ਮੈਂਬਰ ਸਾਹਿਬਾਨ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਸੰਪੂਰਨ ਤੌਰ ਤੇ ਕਰੋਨਾ ਦੀ ਲੜਾਈ ਦੇ ਵਿੱਚ ਸਾਰੇ ਇਕਮੁੱਠ ਹੋ ਕੇ ਇਸ ਦੇ ਵਿਰੁੱਧ ਜੰਗ ਜਿਹੜੀ ਉਹ ਲੜੀ ਜਾਏਗੀ। ਔਰ ਕੇਂਦਰ ਦੇ ਵਿੱਚ ਗ੍ਰਹਿ ਮੰਤਰੀ ਦੇ ਨਾਲ, ਹੈਲਥ ਮਿਨਿਸਟਰ ਦੇ ਨਾਲ ਤੇ ਹੋਰ ਵੀ ਜਿੱਥੇ ਲੋੜ ਪੈਂਦੀ ਹੈ ਸਾਨੂੰ, ਅਸੀਂ ਸਾਰੇ ਮੈਂਬਰ ਪਾਰਲੀਮੈਂਟ ਇਕੱਠੇ ਹੋ ਕੇ ਆਕਸੀਜਨ ਦੀ ਔਰ ਜਿਹੜੇ ਟੈਂਕਰ ਨੇ ਜਿਨ੍ਹਾਂ 'ਚ ਆਕਸੀਜਨ ਲੈ ਕੇ ਆਂਦੀ ਜਾਂਦੀ ਹੈ, ਕੋਈ ਸਪੈਸ਼ਲ ਟੈਂਕਰ ਨੇ ਉਹਨਾਂ ਦੇ, ਉਹ ਸਾਡੇ ਕੋਲ ਬੜੀ ਵੱਡੀ ਸ਼ਾਰਟੇਜ ਹੈ। ਉਹਨਾਂ ਦੀ ਲੜਾਈ ਜਿਹੜੀ ਹੈ ਉਹ ਕੇਂਦਰ ਦੇ ਨਾਲ ਜਾ ਕੇ ਗੱਲਬਾਤ ਕਰਕੇ ਉਹਦਾ ਮਸਲਾ ਜਿਹੜਾ ਹੱਲ ਕੀਤਾ ਜਾਏਗਾ। ਕਿਉਂਕਿ ਅੰਮ੍ਰਿਤਸਰ ਦੀ ਆਲਰੇਡੀ 2 ਹਫ਼ਤੇ ਹੋ ਗਏ ਆ, ਉਹਦੀ ਮੈਂ ਗੱਲ ਰੱਖੀ ਕਿ ਪਾਕਿਸਤਾਨ ਤੋਂ ਜਿਹੜੀ ਆਕਸੀਜਨ ਹੈ ਉਹ ਸਰਕਾਰ ਨੂੰ ਲੈ ਲੈਣੀ ਚਾਹੀਦੀ। ਉਹਦੇ ਵੰਡੇ ਚਾਹੇ ਕਣਕ ਦੇ ਦਈਏ, ਚਾਹੇ ਕੋਈ ਹੋਰ ਵਸਤੂ ਉਹਨਾਂ ਨੂੰ ਦੇ ਦਈਏ, ਪਰ ਉਹ ਗੱਲਬਾਤ ਦੇ ਵਿੱਚ ਇਹ ਪਤਾ ਲੱਗਾ ਕਿ ਹੁਣ ਇਸ ਵੇਲੇ ਕਰੋਨਾ ਦੀ ਮਹਾਂਮਾਰੀ ਜਿਹੜੀ ਪਾਕਿਸਤਾਨ ਦੇ ਵਿੱਚ ਵੀ ਵੱਧ ਰਹੀ ਹੈ, ਸ਼ਾਇਦ ਉਹ ਸਾਨੂੰ ਨਾ ਦੇ ਸਕਣ। ਪਰ ਉਸ ਤੋਂ ਇਲਾਵਾ ਅਸੀਂ ਬੇਨਤੀ ਕੀਤੀ ਕਿ ਜਿਹੜੀਆਂ ਵੀ NGO ਜਿੱਦਾਂ ਸਰਬੱਤ ਦਾ ਭਲਾ ਹੈ, ਉਹਨਾਂ ਨੇ 50% ਉਹਨਾਂ ਆਪਣੇ ਵੱਲੋਂ ਪੈਸੇ ਪਾ ਕੇ ਔਰ 50% ਸਰਕਾਰ ਪਾ ਕੇ 10 ਆਕਸੀਜਨ ਜਨਰੇਟਰ ਜਿਹੜੇ ਆ ਉਹ ਲਾਉਣ ਦਾ ਉਹਨਾਂ ਨੇ ਪ੍ਰਸਤਾਵ ਦਿੱਤਾ ਹੈ। ਸੋ CM ਸਾਹਿਬ ਨੇ ਉਹ ਵੀ ਮਨਜ਼ੂਰ ਕੀਤਾ ਕਿ ਬਿਲਕੁਲ ਉਹਨਾਂ ਨਾਲ ਗੱਲ ਕਰਕੇ ਜਿਹੜੇ ਵੀ ਉਹ ਮਦਦ ਲੈਣੀ ਚਾਹੁੰਦੇ ਉਹਨਾਂ ਤੋਂ ਲਈ ਜਾਵੇ। ਤੇ MP ਲੈਡ ਜਿਹੜਾ ਹੈ ਉਹ ਸੰਪੂਰਨ ਤੌਰ ਤੇ CM ਸਾਹਿਬ ਦੇ ਕਹਿਣ ਦੇ ਉੱਤੇ ਉਹਨਾਂ ਨੇ ਕਿਹਾ ਕਿ ਜਿਹੜਾ ਵੱਧ ਤੋਂ ਵੱਧ ਜਿਹੜਾ ਹੈ ਹਸਪੀਟਲ ਨੂੰ ਯੂਜ਼ ਕਰੋ। ਉਹ ਵੀ ਸਾਰੇ ਮੈਂਬਰ ਪਾਰਲੀਮੈਂਟ ਨੇ ਉਹ ਗੱਲ ਮੰਨੀ ਹੈ। ਸੋ ਜਿਹੜੀ ਸਭ ਤੋਂ ਵੱਡੀ ਦਿੱਕਤ ਦੀ ਗੱਲ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਭਿਅੰਕਰ ਜਿਹੜੀ ਦੇਖਿਆ ਉਹ ਦੇਖਣ ਨੂੰ ਮਿਲਣੀ ਹੈ। ਪਰ ਆਪਾਂ ਨੂੰ ਸਭਨਾਂ ਨੂੰ ਲੋਕਾਂ ਨੂੰ ਸਮਝਣਾ ਪਏਗਾ ਤੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹ ਗਾਈਡਲਾਈਨ ਜ਼ਰੂਰ ਫੋਲੋ ਕਰੋ। ਕੋਈ ਇਹੋ ਜਿਹਾ ਮਾਹੌਲ ਪੈਦਾ ਨਾ ਕਰੀਏ ਜਿਹਦੇ ਕਰਕੇ ਇੰਝ ਲੱਗੇ ਕਿ ਇਹ ਬਿਮਾਰੀ ਦੀ ਜਿਹੜੀ ਭਿਅੰਕਰਤਾ ਉਹਨੂੰ ਸਮਝਦੇ ਨਹੀਂ, ਉਹਦੀ ਨਜਾਕਤ ਨੂੰ ਨਹੀਂ ਸਮਝਦੇ, ਕਿਉਂਕਿ ਮੌਤ ਦਰ ਜਿਹੜੀ ਹੈ ਉਹ ਬਹੁਤ ਜ਼ਿਆਦਾ ਵੱਧ ਰਹੀ ਹੈ। ਉਧਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪੰਜਾਬ ਸਰਕਾਰ ਨੂੰ ਨਿਸ਼ਾਨੇ ਦੇ ਉੱਤੇ ਲਿਆ ਗਿਆ। ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਨ ਕਰਦਿਆਂ ਇੱਕ ਵੀਡੀਓ ਜਾਰੀ ਕੀਤੀ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਮੋਦੀ ਜਾਂ ਕੇਂਦਰ ਸਰਕਾਰ ਨੂੰ ਚਿੱਠੀਆਂ ਲਿਖਣ ਦੀ ਬਜਾਏ ਪੰਜਾਬ ਦੇ ਵਿੱਚ ਵੈਕਸੀਨੇਸ਼ਨ ਦੀ ਘਾਟ ਨੂੰ ਪੂਰਾ ਕਰਨ ਦੇ ਵੱਲ ਧਿਆਨ ਦੇਣ ਅਤੇ ਇਸ ਵੈਕਸੀਨ ਨੂੰ ਐਕਸਪੋਰਟ ਕਰਾਉਣ ਤਾਂ ਜੋ ਪੰਜਾਬ ਦੇ ਵਿੱਚ ਵੈਕਸੀਨੇਸ਼ਨ ਪੂਰੇ ਵਧੀਆ ਤਰੀਕੇ ਦੇ ਨਾਲ ਹੋ ਸਕੇ। ਹੋਰ ਕੀ ਕੁਝ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਉਹ ਸੁਣਦੇ ਹਾਂ। ਲੋੜ ਦਵਾਈਆਂ ਦੀ ਹੈ, ਲੋੜ ਆਕਸੀਜਨ ਦੀ ਹੈ। ਆਕਸੀਜਨ ਦੀ ਬੜੀ ਕਮੀ ਹੈ ਤੇ ਆਕਸੀਜਨ ਕਿੱਥੋਂ ਆ ਸਕਦੀ ਹੈ? ਹਿੰਦੁਸਤਾਨ ਵਿੱਚ ਜਿਹੇ ਹਾਲਾਤ ਹੈ ਉਹ ਜੀ ਮੈਨੂੰ ਲੱਗਦਾ ਅਗਲੇ 2 ਮਹੀਨੇ ਵੀ ਪੂਰੀ ਆਕਸੀਜਨ ਪੂਰੀ ਕਰਨੀ ਬਹੁਤ ਮੁਸ਼ਕਿਲ ਹੋਣਾ ਹੈ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਬਾਹਰੋਂ ਇੰਪੋਰਟ ਅਲਾਉਡ ਹੋ ਗਿਆ ਹੈ। ਤਕਰੀਬਨ 5000 ਜੇ ਆਪਾਂ ਆਕਸੀਜਨ ਦੇ ਜਿਹੜੇ ਕਨਸੈਂਟਰੇਟਰਸ ਆਪਾਂ ਇੰਪੋਰਟ ਕਰੀਏ, ਜਿਹੜੇ ਇੱਕ ਆਕਸੀਜਨ ਕਨਸੈਂਟਰੇਟਰ ਉਹ ਹੁੰਦਾ ਹੈ ਕਿ ਇੱਕ ਮਸ਼ੀਨ ਹੁੰਦੀ ਹੈ ਜਿਹੜੀ ਆਕਸੀਜਨ ਬਣਾ ਦਿੰਦੀ ਹੈ, ਲਗਾਤਾਰ ਆਕਸੀਜਨ ਬਣਾਉਂਦੀ ਰਹਿੰਦੀ ਹੈ। ਸੋ ਜੇ 5000 ਮਸ਼ੀਨਾਂ ਆਪਾਂ ਇੰਪੋਰਟ ਕਰ ਲਈਏ, ਕੋਈ ਔਖਾ ਨਹੀਂ ਹੈ, 15 ਦਿਨਾਂ ਦੇ ਅੰਦਰ ਅੰਦਰ ਉਹ ਮਸ਼ੀਨਾਂ ਆਪਣੇ ਪੰਜਾਬ ਪਹੁੰਚ ਸਕਦੀਆਂ। ਆ ਜਿਹੜੀ SGPC ਨੇ 4 ਦਿਨਾਂ 'ਚ ਆ ਜਿਹੜੇ 100 ਬੈੱਡ ਦਾ ਇੰਤਜ਼ਾਮ ਕੀਤਾ ਹੈ, ਇਹਨਾਂ ਨੇ ਵੀ ਇੰਪੋਰਟ ਕੀਤੀਆਂ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ 150 ਮਸ਼ੀਨਾਂ ਇੰਪੋਰਟ ਕੀਤੀਆਂ ਬਾਹਰੋਂ, ਜਿਹੜੀਆਂ ਆ ਵੀ ਗਈਆਂ। ਸੋ ਪੰਜਾਬ ਸਰਕਾਰ ਵਾਸਤੇ ਇੰਨੀ ਮੁਸ਼ਕਿਲ ਦਾ ਕੰਮ ਨਹੀਂ ਹੈ। ਜੋ 5000 ਤੁਸੀਂ ਆਕਸੀਜਨ ਦੇ ਮਸ਼ੀਨਾਂ ਇੰਪੋਰਟ ਕਰ ਲਓਗੇ, ਦੇਖੋ ਕਿੰਨੀਆਂ ਜਾਨਾਂ ਬਚ ਜਾਂਦੀਆਂ। 5000 ਲੋਕਾਂ ਨੂੰ ਆਕਸੀਜਨ ਇੱਕ ਟਾਈਮ ਤੇ ਤੁਸੀਂ ਦੇ ਸਕੋਗੇ। ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਨੂੰ, ਵੈਕਸੀਨੇਸ਼ਨ ਬਹੁਤ ਜ਼ਰੂਰੀ ਹੈ। ਜਿਵੇਂ ਮੈਂ ਪਹਿਲੀ ਵੀ ਕਿਹਾ ਸੀ ਕਿ ਆ ਜੰਗ ਵੈਕਸੀਨੇਸ਼ਨ ਕਰਕੇ ਜਿੱਤੀ ਜਾ ਸਕਦੀ ਹੈ। ਜੈ ਜੀ ਹਾਲਾਤ ਆਪਣੇ ਦੇਸ਼ 'ਚ ਹੈ, ਮੈਨੂੰ ਨਹੀਂ ਲੱਗਦਾ 1 ਸਾਲ ਵੀ ਆਪਾਂ ਨੂੰ ਵੈਕਸੀਨੇਸ਼ਨ ਪੂਰੇ ਹੋ ਸਕਣਗੇ। ਅੱਜ ਸੈਂਟਰ ਸਰਕਾਰ ਨੇ ਅਲਾਉ ਕਰ ਦਿੱਤਾ ਹੈ ਸੂਬਿਆਂ ਨੂੰ, ਪ੍ਰਾਈਵੇਟ ਕੰਪਨੀਆਂ ਨੂੰ, ਸੰਸਥਾ ਨੂੰ ਬਾਹਰੋਂ ਵੈਕਸੀਨ ਇੰਪੋਰਟ ਕਰਨ ਵਾਸਤੇ। ਸੋ ਪੰਜਾਬ ਸਰਕਾਰ ਨੂੰ ਇਮੀਡੀਏਟਲੀ ਤਕਰੀਬਨ 50 ਲੱਖ ਵੈਕਸੀਨੇਸ਼ਨ ਬਾਹਰੋਂ ਇੰਪੋਰਟ ਕਰ ਲੈਣੇ ਚਾਹੀਦੇ, ਜਿਹੜਾ ਮੈਨੂੰ ਲੱਗਦਾ 1 ਮਹੀਨੇ ਦੇ ਅੰਦਰ ਅੰਦਰ ਆ ਸਕਦੇ ਆ। ਤੇ ਆਪਣਾ ਨਿਸ਼ਾਨਾ ਹੋਣਾ ਚਾਹੀਦਾ ਪੰਜਾਬ ਸਰਕਾਰ ਦਾ ਕਿ ਆਪਾਂ ਅਗਲੇ 4-5 ਮਹੀਨਿਆਂ ਦੇ ਅੰਦਰ ਸਟੇਟ ਦੀ ਆਈਜੀ ਡਰਾਈਵ ਸ਼ੁਰੂ ਕਰੀਏ, ਜਿਹਦੇ ਨਾਲ ਸਾਰੀ ਜਨਤਾ ਨੂੰ ਵੈਕਸੀਨੇਸ਼ਨ ਲੱਗ ਜੇ। ਕਿਉਂਕਿ ਜੇ ਵੈਕਸੀਨੇਸ਼ਨ ਲੱਗੂਗੀ ਤਾਂ ਹੀ ਆਪਾਂ ਬਚਾਂਗੇ। ਸੋ ਸੈਂਟਰ ਦੇ ਜੇ ਤੁਸੀਂ ਨਿਰਭਰ ਰਹੇ, ਜੇ ਤੁਸੀਂ ਸੈਂਟਰ ਦੇ ਚਿੱਠੀਆਂ ਲਿਖਣ ਨਾਲ ਕੁਝ ਨਹੀਂ ਹੋਣਾ, ਟੈਲੀਫੋਨ ਕਰਨਾ ਕੁਝ ਨਹੀਂ ਹੋਣਾ। ਹੁਣ ਤਾਂ ਆਪਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨਾ ਹੋਣਾ ਪੈਣਾ। ਤਾਂ ਮੁੱਖ ਮੰਤਰੀ ਸਾਹਿਬ, ਤੁਸੀਂ ਆਪਣੇ ਅਫਸਰਾਂ ਨੂੰ ਕਹੋ, ਚੀਫ ਸੈਕਟਰੀ ਨੂੰ ਕਹੋ, ਇਮੀਡੀਏਟਲੀ 5000 ਤਾਂ ਜਿਹੜਾ ਆਕਸੀਜਨ ਕਨਸੈਂਟਰੇਟਰ ਇੰਪੋਰਟ ਕਰਨ ਤੇ ਘੱਟ 50 ਲੱਖ ਵੈਕਸੀਨੇਸ਼ਨ ਇੰਪੋਰਟ ਕਰਨ, ਤਾਂ ਆਪਣੀ ਪੰਜਾਬ ਦੀ ਜਨਤਾ ਬਚ ਸਕਦੀ ਹੈ। ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਇੱਕ ਪੱਤਰ ਲਿਖਿਆ ਗਿਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਅਤੇ ਉਹਨਾਂ ਦਾ ਧੰਨਵਾਦ ਕੀਤਾ ਗਿਆ। ਇਸ ਦੇ ਵਿੱਚ
ਅਰਵਿੰਦ ਕੇਜਰੀਵਾਲ ਨੇ ਆਕਸੀਜਨ ਦੀ ਘਾਟ ਦੇ ਪੂਰਾ ਹੋਣ ਦਾ ਜ਼ਿਕਰ ਕੀਤਾ ਹੈ। ਇਹ ਸਾਫ਼ ਤਸਵੀਰਾਂ ਨੇ ਕਿ ਬੀਤੇ ਦਿਨੀ ਦਿੱਲੀ ਦੇ ਵਿੱਚ ਆਕਸੀਜਨ ਦੀ ਘਾਟ ਦੇ ਕਰਕੇ ਕਈ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਦੁਨੀਆ ਤੋਂ ਜਾ ਚੁੱਕੇ ਨੇ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਤਾਰ ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਵੀ ਆਪਣੀ ਭੜਾਸ ਕੱਢੀ ਗਈ ਸੀ ਅਤੇ ਪ੍ਰਸ਼ਾਸਨ ਦੀਆਂ ਨਲਾਇਕੀਆਂ ਨੂੰ ਪੇਸ਼ ਕੀਤਾ ਜਾ ਰਿਹਾ ਸੀ। ਪਰ ਹੁਣ ਆਕਸੀਜਨ ਦੀ ਘਾਟ ਪੂਰੀ ਹੋਣ ਦੀ ਗੱਲ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਖੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਹਰ ਰੋਜ਼ 700 ਟਨ ਆਕਸੀਜਨ ਦੀ ਜ਼ਰੂਰਤ ਜਿਹੜੀ ਹੈ ਦਿੱਲੀ ਨੂੰ ਪੈਂਦੀ ਹੈ ਤੇ ਹੁਣ ਬੀਤੇ ਦਿਨੀ ਜਿਹੜੀ ਦਿੱਲੀ ਦੇ ਵਿੱਚ 720 ਟਨ ਦੇ ਕਰੀਬ ਜਿਹੜੀ ਆਕਸੀਜਨ ਪਹੁੰਚੀ ਹੈ, ਜਿਸ ਦੇ ਕਾਰਨ ਹੁਣ ਉੱਥੇ ਆਕਸੀਜਨ ਦੀ ਕਮੀ ਨਹੀਂ ਆਏਗੀ ਅਤੇ ਉਹਨਾਂ ਨਾਲ ਹੀ ਅਪੀਲ ਕੀਤੀ ਹੈ ਕਿ ਇਸ ਕੋਟੇ ਨੂੰ ਘਟਾਇਆ ਨਾ ਜਾਵੇ ਅਤੇ ਨਾ ਹੀ ਇਸ ਨੂੰ ਰੋਕਿਆ ਜਾਵੇ ਤਾਂ ਜੋ ਦਿੱਲੀ ਦੇ ਲੋਕਾਂ ਦੀ ਆਕਸੀਜਨ ਦੇ ਕਾਰਨ ਇਸ ਸੰਸਾਰ ਤੋਂ ਜਾਣ ਦੀ ਕੋਈ ਖਬਰ ਨਾ ਬਣੇ। पिछले कुछ दिनों से दिल्ली के अंदर ऑक्सीजन की भारी कमी चल रही थी। दिल्ली को आज जितनी हमारी हॉस्पिटल्स हैं, जितने हमारी हेल्थ इंफ्रास्ट्रक्चर है, इसको चलाने के लिए 700 टन ऑक्सीजन की डेली ज़रूरत है। लेकिन दिल्ली को मिल रही थी किसी दिन 300, किसी दिन 350, किसी दिन 400, किसी दिन 450। इस तरह से दिल्ली को ऑक्सीजन मिल रही थी, जिसकी वजह से अस्पतालों में कमी हो रही थी। अस्पताल मैसेज पे मैसेज डाल रहे थे, फिर मीडिया में आ रहा था इस अस्पताल में घंटे भर की ऑक्सीजन बची है, उधर आधे घंटे की ऑक्सीजन बची है, मरीजों की मौत हो सकती है और काफ़ी ज़्यादा दिक्कत हो रही थी। लेकिन कल पहली बार दिल्ली को 730 टन ऑक्सीजन केंद्र सरकार ने भेजी है। जैसा मैंने बताया, दिल्ली को 700 टन ऑक्सीजन की ज़रूरत है। कल पहली बार केंद्र सरकार ने 730 टन ऑक्सीजन भेजी है। हम तहे दिल से दिल्ली की जनता की तरफ से, उनका मुख्यमंत्री होने के नाते मैं केंद्र सरकार का बहुत बहुत शुक्रिया अदा करता हूँ। मैं दिल्ली हाई कोर्ट का बहुत बहुत शुक्रिया अदा करता हूँ। मैं दिल्ली सुप्रीम कोर्ट का बहुत बहुत शुक्रिया अदा करता हूँ। केंद्र सरकार का बहुत बहुत शुक्रिया अदा करता हूँ। इन सब के प्रयासों से हम लोगों को कल 730 टन ऑक्सीजन मिली। हम तहे दिल से शुक्रगुजार हैं। बहुत सारी जानें बचेंगी इसकी वजह से, इस एक कदम की वजह से। लेकिन एक दिन 700 टन ऑक्सीजन आने से काम नहीं चलेगा। जब तक ये कोरोना की सेकंड वेव कम नहीं हो जाती, हमें डेली 700 टन ऑक्सीजन की ज़रूरत है। ऐसा ना हो कि कल 700 टन आई और आज फिर से 400-300 टन आ जाए, फिर से सारे अस्पतालों के अंदर हाहाकार मच जाएगा। मेरी सबसे हाथ जोड़ के विनती है, अपील है, प्रार्थना है कि ये 700 टन ऑक्सीजन अब कम मत होने दीजिएगा। डेली 700 टन ऑक्सीजन आनी चाहिए दिल्ली के अंदर, और इसके लिए दिल्ली के लोग हमेशा के लिए सभी के ऋणी रहेंगे। हम सब लोग शुक्रगुजार रहेंगे। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਲਈ ਇੰਨਾ ਹੀ। ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।